ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਆਪ ਜੀ ਦਾ ਭਾਈ ਵਚਿੱਤਰ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਤੋਂ ਲੈ ਕੇ ਜੋਤੀ ਜੋਤ ਸਮਾਨ ਤੱਕ ਦੇ ਕਿੱਸੇ ਸੁਣਾ ਰਿਹਾ ਹਾਂ। ਉਸ ਤੋਂ ਅੱਗੇ ਸ਼ੁਰੂ ਕਰਦੇ ਹਾਂ ਕਿੱਸੇ ਬਾਬਾ ਨਾਨਕ ਦੇ ਭਾਗ 2। ਸ਼ਰਧਾ ਭਾਵਨਾ ਨਾਲ ਕੰਨ ਲਾਓ ਤੇ ਸੁਣੋ। ਸਮਾਂ ਬੀਤ ਰਿਹਾ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ 10 ਵਰ੍ਹਿਆਂ ਦੇ ਹੋ ਗਏ। ਪਿਤਾ ਕਲਿਆਣ ਦਾਸ ਜੀ ਨੇ ਸੋਚਿਆ ਕਿ ਹੁਣ ਨਾਨਕ ਨੂੰ ਜਨੇਊ ਧਾਰਨ ਕਰਵਾ ਦੇਣਾ ਚਾਹੀਦਾ ਹੈ। ਇਸ ਲਈ ਉਹਨਾਂ ਨੇ ਆਪਣੇ ਪੁਰੋਹਿਤ ਪੰਡਤ ਹਰਦਿਆਲ ਜੀ ਨੂੰ ਆਪਣੇ ਘਰ ਬੁਲਾਇਆ ਤੇ ਉਸ ਨੂੰ ਕਿਹਾ, ਹਰਦਿਆਲ ਜੀ, ਮੈਂ ਸੋਚ ਰਿਹਾ ਸੀ ਕਿ ਹੁਣ ਬਾਲ ਨਾਨਕ ਨੂੰ ਜਨੇਊ ਧਾਰਨ ਕਰਵਾ ਦੇਣਾ ਚਾਹੀਦਾ ਹੈ। ਇੰਨੀ ਦੇਰ ਵਿੱਚ ਭੈਣ ਨਾਨਕੀ ਜੀ ਪੰਡਤ ਜੀ ਲਈ ਦੁੱਧ ਦਾ ਗਲਾਸ ਲੈ ਆਈ ਤੇ ਪੰਡਤ ਜੀ ਨੂੰ ਫੜਾ ਦਿੱਤਾ। ਦੁੱਧ ਦਾ ਗਲਾਸ ਫੜਦੇ ਹੋਏ ਪੰਡਤ ਜੀ ਨੇ ਕਿਹਾ, ਕਲਿਆਣ ਦਾਸ ਜੀ, ਇਹ ਤੇ ਤੁਹਾਡੇ ਉੱਤਮ ਵਿਚਾਰ ਨੇ। ਇੰਨਾ ਕਹਿ ਕੇ ਦੁੱਧ ਦਾ ਗਲਾਸ ਪੰਡਤ ਜੀ ਨੇ ਮੂੰਹ ਨਾਲ ਲਾ ਲਿਆ ਤੇ ਕਲਿਆਣ ਦਾਸ ਜੀ ਨੇ ਕਿਹਾ, ਤੇ ਚੰਗਾ ਜਿਹਾ ਕੋਈ ਮੂਰਤ ਕੱਢੋ। ਪੰਡਿਤ ਜੀ ਨੇ ਦੁੱਧ ਦਾ ਗਲਾਸ ਖਾਲੀ ਕਰਕੇ ਇੱਕ ਪਾਸੇ ਰੱਖ ਦਿੱਤਾ। ਡਕਾਰ ਮਾਰ ਕੇ ਆਪਣੀ ਪੋਥੀ ਕੱਢ ਲਈ। ਉਸ ਵਿੱਚ ਕੁਝ ਪੜ੍ਹਿਆ ਤੇ ਆਪਣੀਆਂ ਉਂਗਲਾਂ ਤੇ ਕੁਝ ਗਣਨਾ ਕਰਨ ਲੱਗ ਗਏ। ਗਣਨਾ ਕਰਕੇ ਜਨੇਊ ਧਾਰਨ ਕਰਨ ਦਾ ਮੂਰਤ ਕੱਢ ਦਿੱਤਾ ਤੇ ਕਾਲੂ ਜੀ ਨੂੰ ਦਿਨ ਤੇ ਸਮਾਂ ਦੱਸ ਦਿੱਤਾ ਤੇ ਉਸ ਦਿਨ ਲਈ ਜਿਹੜਾ ਜ਼ਰੂਰੀ ਸਾਮਾਨ ਚਾਹੀਦਾ ਸੀ ਉਹ ਵੀ ਲਿਖਵਾ ਦਿੱਤਾ। ਕਾਲੂ ਜੀ ਨੇ ਉਸ ਪੰਡਿਤ ਜੀ ਨੂੰ ਕਿਹਾ, ਠੀਕ ਹੈ ਪੰਡਿਤ ਜੀ, ਮੈਂ ਸਾਰੀਆਂ ਤਿਆਰੀਆਂ ਕਰ ਲਵਾਂਗਾ। ਆਪ ਜੀ ਉਸ ਦਿਨ ਵਕਤ ਸਿਰ ਆ ਜਾਣਾ। ਪੰਡਿਤ ਜੀ ਠੀਕ ਆ ਕਹਿ ਕੇ ਆਪਣੇ ਘਰ ਚਲੇ ਗਏ। ਕਾਲੂ ਜੀ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੂਰਤ ਵਾਲੇ ਦਿਨ ਦਾ ਸੱਦਾ ਦੇ ਦਿੱਤਾ। ਮੂਰਤ ਵਾਲੇ ਦਿਨ ਸਾਰੇ ਰਿਸ਼ਤੇਦਾਰ ਆ ਗਏ। ਸਮੇਂ ਸਿਰ ਪੰਡਿਤ ਹਰਦਿਆਲ ਜੀ ਆ ਗਏ ਤੇ ਵਿਧੀ ਵਿਧਾਨ ਨਾਲ ਮੰਤਰੋ ਉਚਾਰਨ ਕਰਕੇ ਉਹਨਾਂ ਨੇ ਅਭਿਮੰਤਰਿਤ ਜਨੇਊ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਾਰਨ ਕਰਨ ਲਈ ਕਿਹਾ। ਆਪ ਜੀ ਨੇ ਪੁਰੋਹਿਤ ਤੋਂ ਪੁੱਛਿਆ, ਪੰਡਿਤ ਜੀ, ਇਹ ਕੀ ਹੈ? ਪੰਡਿਤ ਜੀ ਨੇ ਕਿਹਾ, ਇਹ ਸੂਤ ਦਾ ਕੱਤਿਆ ਹੋਇਆ ਪਵਿੱਤਰ ਜਨੇਊ ਹੈ। ਇਸ ਦਾ ਧਾਰਨ ਕਰਨਾ ਉੱਚੇ ਕੁਲ ਦੀ ਨਿਸ਼ਾਨੀ ਹੈ ਤੇ ਇਹ ਅਗਲੇ ਜਨਮ ਨੂੰ ਸੰਵਾਰਦਾ ਹੈ। ਆਪ ਜੀ ਨੇ ਕਿਹਾ, ਪੰਡਿਤ ਜੀ, ਇਨਸਾਨ ਉੱਚਾ ਜਾਂ ਨੀਵਾਂ ਆਪਣੇ ਕਰਮਾਂ ਨਾਲ ਜਾਣਿਆ ਜਾਂਦਾ ਹੈ, ਨਾ ਕਿ ਇਸ ਜਨੇਊ ਨਾਲ। ਇਹ ਜਨੇਊ ਤੇ ਕੱਚੇ ਸੂਤ ਦਾ ਬਣਿਆ ਹੋਇਆ ਹੈ। ਇਹ ਥੋੜ੍ਹੇ ਸਮਾਂ ਬਾਅਦ ਮੈਲਾ ਹੋ ਜਾਏਗਾ, ਟੁੱਟ ਜਾਏਗਾ, ਫੇਰ ਬਦਲਿਆ ਜਾਏਗਾ। ਅਗਲੇ ਜਨਮ ਤੱਕ ਤੇ ਕੀ ਇਸ ਸਰੀਰ ਨਾਲ ਇੱਥੇ ਹੀ ਸੜ ਕੇ ਸੁਆਹ ਹੋ ਜਾਏਗਾ। ਪੰਡਿਤ ਜੀ, ਕੋਈ ਇਹੋ ਜਿਹਾ ਜਨੇਊ ਪਾਓ ਜੋ ਨਾ ਮਲ ਲੱਗੇ, ਨਾ ਟੁੱਟੇ, ਨਾ ਗਲੇ, ਨਾ ਜਾਏ। ਪੰਡਿਤ ਜੀ ਨੇ ਹੈਰਾਨ ਹੋ ਕੇ ਆਪ ਜੀ ਨੂੰ ਕਿਹਾ, ਨਾਨਕਾ, ਇਹੋ ਜਿਹਾ ਵੀ ਕੋਈ ਜਨੇਊ ਹੁੰਦਾ ਹੈ? ਆਪ ਜੀ ਨੇ ਕਿਹਾ, ਹਾਂ ਪੰਡਿਤ ਜੀ, ਹੁੰਦਾ ਹੈ। ਉਸ ਪਰਮਾਤਮਾ ਦੇ ਨਾਮ ਦਾ ਧਾਗਾ ਦਇਆ ਧਰਮ ਦੇ ਚੰਗੇ ਕਰਮਾਂ ਨਾਲ ਕੱਤੋ ਤੇ ਉਹ ਜਨੇਊ ਮੈਨੂੰ ਪਾਓ। ਨਾ ਤੇ ਉਹ ਮੈਲਾ ਹੋਵੇਗਾ ਤੇ ਨਾ ਕਦੀ ਟੁੱਟੇਗਾ ਤੇ ਨਾ ਹੀ ਸਰੀਰ ਨਾਲ ਸੜ ਕੇ ਸੁਆਹ ਹੋਏਗਾ ਤੇ ਅਗਲੇ ਜਨਮ ਵਿੱਚ ਨਾਲ ਜ਼ਰੂਰ ਜਾਏਗਾ। ਆਪ ਜੀ ਦੀਆਂ ਗੱਲਾਂ ਸੁਣ ਕੇ ਪੰਡਿਤ ਹਰਦਿਆਲ ਬੇਜ਼ੁਬਾਨ ਹੋ ਗਏ ਤੇ ਆਪ ਜੀ ਦੇ ਪਿਤਾ ਜੀ ਨੂੰ ਕਹਿੰਦੇ, ਕਲਿਆਣ ਦਾਸ ਜੀ, ਮੈਂ ਇਸ ਬਾਲਕ ਨੂੰ ਜਨੇਊ ਨਹੀਂ ਪਵਾ ਸਕਦਾ। ਹੁਣ ਜੋ ਕਰਨਾ ਹੈ ਆਪ ਕਰੋ। ਪੰਡਿਤ ਜੀ ਉੱਠ ਕੇ ਆਪਣੇ ਘਰ ਚਲੇ ਗਏ। ਪੰਡਤਾਂ ਦੇ ਇਸ ਤਰ੍ਹਾਂ ਦੇ ਕਰਮ ਕਾਂਡਾਂ ਤੇ ਅੱਜ ਤੱਕ ਕਿਸੇ ਨੇ ਸਵਾਲ ਖੜੇ ਨਹੀਂ ਕੀਤੇ ਸੀ। ਇਸ ਦਿਨ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਸੀ। ਆਪ ਜੀ ਦੀਆਂ ਗੱਲਾਂ ਨਾਲ ਪਿੰਡ ਦੇ ਲੋਕੀ ਪ੍ਰਭਾਵਿਤ ਹੋਣ ਲੱਗ ਗਏ ਸੀ। ਆਪ ਜੀ ਦੇ ਵਿਚਾਰ ਦੀ ਮਹਿਕ ਫੈਲਣੀ ਸ਼ੁਰੂ ਹੋ ਗਈ ਸੀ। ਸਮਾਂ ਹੋਰ ਬੀਤਦਾ ਜਾ ਰਿਹਾ ਸੀ। ਆਪ ਜੀ ਦੇ ਪਿਤਾ ਜੀ ਨੂੰ ਇਹ ਤੇ ਅਹਿਸਾਸ ਹੋ ਗਿਆ ਸੀ ਕਿ ਆਪ ਜੀ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਸਮੇਂ ਦਾ ਪਤਾ ਨਹੀਂ ਲੱਗਦਾ ਸੀ ਤੇ ਆਪ ਆਪਣੇ ਤੋਂ ਵੱਡਿਆਂ ਨੂੰ ਵੀ ਆਪਣੇ ਨਾਲ ਆਪਣੇ ਜਿਹਾ ਬਣਾ ਲੈਂਦੇ ਸੀ। ਤਲਵੰਡੀ ਦੇ ਸਾਰੇ ਸਾਧੂ ਸੰਤਾਂ ਨਾਲ ਆਪ ਜੀ ਦੇ ਵਿਚਾਰ ਸਾਂਝੇ ਹੁੰਦੇ ਸੀ। ਆਪ ਜੀ ਦੀ ਵੱਧਦੀ ਉਮਰ ਕਰਕੇ ਉਹਨਾਂ ਨੂੰ ਆਪ ਜੀ ਦੇ ਪੈਰਾਂ ਤੇ ਖੜੇ ਹੋਣ ਦੀ ਚਿੰਤਾ ਸਤਾਉਣ ਲੱਗ ਗਈ ਸੀ। ਇਸ ਕਰਕੇ ਇੱਕ ਦਿਨ ਉਹਨਾਂ ਨੇ ਆਪ ਜੀ ਨੂੰ ਆਪਣੇ ਕੋਲ ਬਿਠਾਇਆ ਤੇ ਸੰਸਾਰਿਕ ਵਾਰਤਾਲਾਪ ਕੀਤਾ ਤੇ ਕਿਹਾ, ਨਾਨਕ, ਮੈਂ ਆਪ ਜੀ ਪ੍ਰਤੀ ਚਿੰਤਿਤ ਰਹਿੰਦਾ ਹਾਂ। ਆਪ ਜੀ ਮੇਰੇ ਕਿਸੇ ਵੀ ਕੰਮ ਵਿੱਚ ਹੱਥ ਨਹੀਂ ਵੰਡਾਉਂਦੇ। ਮੈਂ ਖੁਸ਼ ਨਹੀਂ ਹਾਂ। ਆਪ ਜੀ ਨੇ ਕਿਹਾ, ਪਿਤਾ ਜੀ, ਆਪ ਕੋਈ ਚਿੰਤਾ ਨਾ ਕਰੋ, ਮੈਨੂੰ ਦੱਸੋ ਆਪ ਜੀ ਦੀ ਖੁਸ਼ੀ ਲਈ ਮੈਂ ਕੀ ਕਰਾਂ। ਆਪ ਜੀ ਦੇ ਪਿਤਾ ਨੇ ਕਿਹਾ, ਕਾਕਾ ਜੀ, ਕੋਈ ਕੰਮ ਧੰਦਾ ਕਰੋ। ਆਪ ਜੀ ਨੇ ਕਿਹਾ, ਪਿਤਾ ਜੀ, ਕਿਹੜਾ ਕੰਮ ਕਰਾਂ। ਆਪ ਜੀ ਦੇ ਪਿਤਾ ਜੀ ਨੇ ਕਿਹਾ, ਵਪਾਰ ਕਰ ਲਓ,
ਦੂਜੇ ਸ਼ਹਿਰ ਤੋਂ ਚੀਜ਼ਾਂ ਦੀ ਫਰੋਖਤ ਕਰਕੇ ਆਪਣੀ ਤਲਵੰਡੀ ਲੈ ਕੇ ਆਓ ਤੇ ਥੋੜੇ ਲਾਭ ਤੇ ਵੇਚ ਦਿਓ। ਆਪ ਜੀ ਨੇ ਕਿਹਾ, ਪਿਤਾ ਜੀ ਵਪਾਰ ਲਈ ਤੁਹਾਨੂੰ ਵੀ ਚਾਹੀਦਾ ਹੈ। ਆਪ ਜੀ ਦੇ ਪਿਤਾ ਜੀ ਨੇ ਕਿਹਾ, ਉਹ ਮੈਨੂੰ ਪਤਾ ਹੈ। ਆਪ ਜੀ ਦੇ ਪਿਤਾ ਜੀ ਨੇ ਆਪਣੀ ਤਿਜੋਰੀ ਵਿੱਚੋਂ 20 ਰੁਪਏ ਕੱਢ ਕੇ ਆਪ ਜੀ ਨੂੰ ਦਿੱਤੇ ਤੇ ਕਿਹਾ, ਬੇਟਾ ਇਹ ਲਓ 20 ਰੁਪਏ, ਇਸ ਨਾਲ ਵਪਾਰ ਸ਼ੁਰੂ ਕਰੋ। ਮੇਰੀ ਇੱਕ ਗੱਲ ਦਾ ਧਿਆਨ ਰੱਖਣਾ, ਸੌਦਾ ਖਰਾ ਹੋਣਾ ਚਾਹੀਦਾ ਹੈ ਜਿਸ ਵਿੱਚ ਲਾਭ ਹੋਵੇ। ਆਪ ਜੀ ਨੇ 20 ਰੁਪਏ ਆਪਣੇ ਕੋਲ ਰੱਖੇ ਤੇ ਇੱਕ ਸੇਵਕ ਬਾਲੇ ਨੂੰ ਲੈ ਕੇ ਵਪਾਰ ਕਰਨ ਚੱਲ ਪਏ। ਚਲਦੇ ਚਲਦੇ ਰਾਹ ਵਿੱਚ ਇੱਕ ਦਰਖਤਾਂ ਦੇ ਝੁੰਡ ਵਿੱਚ ਕੁਝ ਸਾਧੂ ਸੰਤ ਲੋਕ ਅਲੱਗ-ਅਲੱਗ ਢੰਗ ਨਾਲ ਹਠ ਯੋਗ ਕਰਦੇ ਦਿਖਾਈ ਦੇ ਰਹੇ ਸੀ। ਆਪ ਜੀ ਇੱਕ ਕੋਤਕ ਵੇਖ ਕੇ ਉਹਨਾਂ ਕੋਲ ਚਲੇ ਗਏ ਤੇ ਇੱਕ ਸਾਧੂ ਕੋਲ ਜਾ ਕੇ ਬਹਿ ਗਏ। ਆਪ ਜੀ ਨੇ ਸਾਧੂ ਸੰਤਾਂ ਦੇ ਚਿਹਰੇ ਵੇਖੇ ਤੇ ਆਪ ਜੀ ਨੂੰ ਉਹਨਾਂ ਦੇ ਭੁੱਖੇ ਹੋਣ ਦਾ ਅਹਿਸਾਸ ਹੋਇਆ ਤੇ ਸੋਚਿਆ, ਜੇ ਇਹਨਾਂ ਭੁੱਖੇ ਸਾਧੂਆਂ ਨੂੰ ਭਰਪੇਟ ਭੋਜਨ ਕਰਵਾ ਦਿੱਤਾ ਜਾਏ ਤੇ ਇਸ ਤੋਂ ਖਰਾ ਸੌਦਾ ਹੋਰ ਕੀ ਹੋ ਸਕਦਾ ਹੈ। ਚੰਗੇ ਕੰਮਾਂ ਦਾ ਲਾਭ ਪਰਮਾਤਮਾ ਆਪ ਦਿੰਦਾ ਹੈ। ਆਪ ਜੀ ਬਾਲੇ ਨੂੰ ਲੈ ਕੇ ਨਾਲ ਦੇ ਪਿੰਡ ਜਾ ਕੇ ਰਸਤ ਇਕੱਠੀ ਕਰਨ ਲੱਗ ਗਏ। ਬਾਲੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਆਪ ਜੀ ਨੂੰ ਕਿਹਾ, ਨਾਨਕ ਭਾਈ ਸੁਣ, ਮਾਲਕਾਂ ਨੇ ਇਹ ਪੈਸੇ ਵਪਾਰ ਕਰਨ ਲਈ ਦਿੱਤੇ ਨੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਬਹੁਤ ਗੁੱਸਾ ਕਰਨਗੇ। ਪਰ ਆਪ ਜੀ ਨੇ ਉਹਨਾਂ ਭੁੱਖਾਂ ਸਾਧੂ ਸੰਤਾਂ ਨੂੰ ਭੋਜਨ ਕਰਾਉਣ ਦਾ ਮਨ ਬਣਾ ਲਿੱਤਾ ਸੀ। ਰਸਤ ਇਕੱਠੀ ਕਰਕੇ ਆਪ ਜੀ ਸਾਧੂ ਸੰਤਾਂ ਕੋਲ ਲੈ ਆਏ ਤੇ ਉਹਨਾਂ ਨਾਲ ਮਿਲ ਕੇ ਲੰਗਰ ਤਿਆਰ ਕੀਤਾ ਤੇ ਉਹਨਾਂ ਨੂੰ ਛਕਾ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਣੇ ਪਿੰਡ ਮੁੜ ਆਏ। ਬਾਲੇ ਨੂੰ ਘਰ ਭੇਜ ਕੇ ਆਪ ਜੀ ਪਿੰਡ ਦੇ ਬਾਹਰ ਇੱਕ ਦਰਖਤ ਹੇਠਾਂ ਆਸਨ ਲਗਾ ਕੇ ਸਿਮਰਨ ਵਿੱਚ ਜੁੜ ਗਏ। ਸਿਰ ਨੀਵਾਂ ਕਰਕੇ ਬਾਲਾ ਘਰ ਵਾਪਸ ਆ ਗਿਆ। ਕਾਲੂ ਜੀ ਨੇ ਬਾਲੇ ਨੂੰ ਕੱਲਿਆਂ ਆਂਦੇ ਵੇਖਿਆ ਤੇ ਪੁੱਛਿਆ, ਕੱਲਾ ਆਇਆ ਏ? ਨਾਨਕ ਕਿੱਥੇ ਹੈ? ਬਾਲੇ ਨੇ ਸਾਰਾ ਹਾਲ ਸੁਣਾ ਦਿੱਤਾ। ਕਾਲੂ ਜੀ ਨੇ ਗੁੱਸੇ ਵਿੱਚ ਪੁੱਛਿਆ, ਕਿੱਥੇ ਹੈ ਉਹ? ਬਾਲੇ ਨੇ ਕਿਹਾ, ਜੀ ਉਹ ਪਿੰਡ ਦੇ ਬਾਹਰ ਵਾਲੇ ਵੱਡੇ ਦਰਖਤ ਹੇਠਾਂ ਬੈਠੇ ਨੇ। ਕਾਲੂ ਜੀ ਗੁੱਸੇ ਵਿੱਚ ਉਸੇ ਪਾਸੇ ਚਲੇ ਗਏ। ਭੈਣ ਨਾਨਕੀ ਵੀ ਉਹਨਾਂ ਦੇ ਪਿੱਛੇ ਦੌੜਦੀ ਚਲੀ ਗਈ। ਪਿੰਡ ਦੇ ਬਾਹਰ ਦਰਖਤ ਹੇਠਾਂ ਜਾ ਕੇ ਕਾਲੂ ਜੀ ਨੇ ਆਪ ਜੀ ਨੂੰ ਬਾਹੋਂ ਫੜ ਕੇ ਉਠਾਇਆ ਤੇ ਇੱਕ ਥੱਪੜ ਮਾਰ ਦਿੱਤਾ। ਦੌੜ ਕੇ ਭੈਣ ਨਾਨਕੀ ਨੇ ਆਪ ਜੀ ਨੂੰ ਆਪਣੇ ਗਲੇ ਲਗਾ ਲਿੱਤਾ ਤੇ ਪਿਤਾ ਜੀ ਨੂੰ ਕਿਹਾ, ਨਾ ਬਾਪੂ, ਮੇਰੇ ਵੀਰ ਨੂੰ ਨਾ ਮਾਰ। ਉਧਰੋਂ ਪਿੰਡ ਦਾ ਰਾਏ ਬੁਲਾਰ ਗੁਜ਼ਰ ਰਿਹਾ ਸੀ। ਉਹ ਆਪ ਜੀ ਤੇ ਬਹੁਤ ਸ਼ਰਧਾ ਰੱਖਦਾ ਸੀ। ਉਹਨੇ ਵੀ ਆਪ ਜੀ ਨੂੰ ਥੱਪੜ ਪੈਂਦਾ ਵੇਖ ਲਿਆ ਸੀ ਤੇ ਉਹ ਵੀ ਦੌੜ ਕੇ ਆਪ ਜੀ ਦੇ ਕੋਲ ਆ ਗਏ ਤੇ ਆਪ ਜੀ ਦੇ ਪਿਤਾ ਜੀ ਨੂੰ ਕਿਹਾ, ਕਾਲੂ ਇਹ ਕੀ ਕਰ ਰਿਹਾ ਹੈ? ਕਿਉਂ ਮਾਰਿਆ ਨਾਨਕ ਨੂੰ? ਆਪ ਜੀ ਦੇ ਪਿਤਾ ਜੀ ਨੇ ਕਿਹਾ, ਰਾਏ ਸਾਹਿਬ ਕੰਮ ਧੰਦੇ ਲਈ ਪੈਸੇ ਦਿੱਤੇ ਸੀ, ਭੁੱਖਿਆਂ ਨੂੰ ਦਾਵਤ ਖਵਾ ਕੇ ਆ ਗਿਆ ਹੈ। ਰਾਏ ਬੁਲਾਰ ਨੇ ਕਿਹਾ, ਭੁੱਖਿਆਂ ਨੂੰ ਹੀ ਖਵਾ ਕੇ ਆਇਆ ਹੈ ਨਾ, ਜੋ ਨੁਕਸਾਨ ਹੋਇਆ ਹੈ ਮੈਂ ਭਰ ਦੇਵਾਂਗਾ, ਪਰ ਇੱਥੇ ਗੁੱਸਾ ਨਾ ਕਰ। ਉਹਨਾਂ ਨੇ ਕਿਹਾ, ਨਹੀਂ ਰਾਏ ਬੁਲਾਰ ਜੀ, ਮੈਨੂੰ ਚਿੰਤਾ ਪੈਸੇ ਦੀ ਨਹੀਂ ਹੈ, ਇਸ ਦੀ ਹੈ, ਮੈਂ ਇਹਦਾ ਕੀ ਕਰਾਂ। ਰਾਏ ਬੁਲਾਰ ਆਪ ਜੀ ਨੂੰ ਆਪ ਜੀ ਦੇ ਘਰ ਵੱਲ ਲੈ ਕੇ ਚੱਲ ਪਏ। ਬੋਲਦੇ ਬੁਲਾਉਂਦੇ ਸਭ ਨੂੰ ਘਰ ਛੱਡ ਕੇ ਰਾਏ ਬੁਲਾਰ ਆਪਣੇ ਘਰ ਚਲੇ ਗਏ। ਸਮਾਂ ਬੀਤ ਰਿਹਾ ਹੈ ਤੇ ਅੱਗੇ ਦਾ ਕਿੱਸਾ ਆਪਣੀ ਅਗਲੀ ਵੀਡੀਓ ਵਿੱਚ ਲੈ ਕੇ ਜਲਦੀ ਆ ਰਿਹਾ ਹਾਂ। ਆਪ ਜੀ ਪਾਸੋਂ ਮਿਲਣ ਵਾਲੇ ਪਿਆਰ ਦਾ ਬਹੁਤ ਬਹੁਤ ਧੰਨਵਾਦ। ਪਿਆਰ ਬਣਾਏ ਰੱਖੋ। ਸਤਿ ਸ੍ਰੀ ਅਕਾਲ।